ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਬਿਲਾਵਲ ਮਹੱਲਾ ਪੰਜਵਾ। ਘਰ ਪੰਜਵਾ ਚੌਪ ਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਬਿਲਾਵਲ ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪੰਜਵੇਂ ਘਰ ਸੁਰਤਾਲ ਵਿੱਚ ਚੌਪ ਦੇ 4-4 ਪਦਿਆਂ ਵਾਲੇ ਸ਼ਬਦ ਉਚਾਰਨ ਕਰ ਰਹੇ ਹਨ। ਸਤਿਗੁਰੂ ਮੰਗਲ ਕਰਦੇ ਹਨ। ਇੱਕ ਅਦੁੱਤੀ ਬ੍ਰਹਮ ਵਾਹਿਗੁਰੂ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਦੁਆਰਾ ਪਾਇਆ ਜਾਂਦਾ ਹੈ, ਪ੍ਰਾਪਤ ਹੁੰਦਾ ਹੈ। ਮ੍ਰਿਤ ਮੰਡਲ ਜਗ ਸਾਜਿਆ, ਜਿਉ ਬਾਲੂ ਘਰ ਬਾਰ। ਇਹ ਜਗ ਸੰਸਾਰ ਰੂਪੀ ਮੰਡਲ ਸਮੂਹ ਦੇਸ਼ ਮ੍ਰਿਤ ਕਹੀਏ ਮਰ ਜਾਣ ਵਾਲਾ ਸਾਜਿਆ ਰਚਨਾ ਕੀਤਾ ਹੈ। ਵਾ ਮ੍ਰਿਤ ਮੰਡਲ ਮਾਤ ਲੋਕ ਵਿੱਚ ਜਗ ਕਹੀਏ ਜੀਵਾਂ ਜਗਤ ਨੂੰ ਇਉਂ ਸਾਜਣਾ ਕੀਤਾ ਜਿਵੇਂ ਦਰਿਆ ਦੇ ਕੰਢੇ ਬਾਲੂ ਰੇਤੇ ਦਾ ਘਰ ਬਾਰ ਹੁੰਦਾ। ਵਾ ਜਿਵੇਂ ਦਰਿਆਵਾਂ ਦੇ ਕਿਨਾਰੇ 'ਤੇ ਰੇਤੇ ਦੇ ਘਰ ਬਾਰ ਆਦਿ ਬਣਾਉਂਦੇ ਹਨ ਤਾਂ ਉਹ ਪਾਣੀ ਦੀ ਛੱਲ ਵੱਜਣ ਨਾਲ ਉਸੇ ਵੇਲੇ ਢਹਿ ਜਾਂਦੇ। ਇਸੇ ਪ੍ਰਕਾਰ ਪੰਜਾਂ ਤੱਤਾਂ ਦੇ ਰੇਤੇ ਦੇ ਘਰ ਦੀ ਨਿਆਈ ਸਰੀਰ ਅਤੇ ਬਾਹਰ ਦੁਆਰਿਆਂ ਦੀ ਨਿਆਈ ਇੰਦਰੀਏ ਕਾਲ ਰੂਪੀ ਪਾਣੀ ਪੈਣ ਨਾਲ ਸਭ ਢਹਿ ਢੇਰੀ ਹੋ ਜਾਂਦੇ। ਬਿਨ ਸਤਬਾਰ ਨਾ ਲੱਗ ਗਈ ਜਿਉ ਕਾਗਦ ਬੂੰਦਾਰ। ਹੇ ਭਾਈ, ਇਹ ਸਭ ਮ੍ਰਿਤ ਮੰਡਲ ਨੂੰ ਬਿਨਸਦਿਆਂ ਨਾਸ਼ ਹੁੰਦਿਆਂ ਦੇਰੀ ਨਹੀਂ ਲੱਗਦੀ। ਜਿਵੇਂ ਕਾਗਜ਼ ਉੱਪਰ ਪਾਣੀ ਦੀਆਂ ਬੂੰਦਾਰ ਕਹੀਏ ਬੂੰਦਾਂ ਪੈਣ ਕਰਕੇ ਕਾਗਜ਼ ਗਲ ਛੇਤੀ ਜਾਂਦਾ, ਤਿਵੇਂ ਇਹ ਸਰੀਰ ਕਾਗਜ਼ਾਂ ਦੀ ਨਿਆਈ ਹੈ, ਜਿਸ ਵਿੱਚ ਮੋਹ ਰੂਪੀ ਬੱਦਲਾਂ ਵਿੱਚੋਂ ਪਦਾਰਥਾਂ ਰੂਪੀ ਵਰਖਾ ਦੀਆਂ ਛਾਵਾਂ ਰੂਪੀ ਬੂੰਦਾਂ ਪੈਣ ਨਾਲ ਹੌਲੀ ਹੌਲੀ ਗਲ ਜਾਂਦਾ ਹੈ। ਪਾਤਸ਼ਾਹ ਦਾ ਪਾਵਨ ਵਾਕ ਹੈ ਜੋ ਮਾਰੂ ਰਾਗ ਵਿੱਚ ਭਗਤ ਕਬੀਰ ਸਾਹਿਬ ਜੀ ਕਿਰਪਾ ਕਰਦੇ ਆ। ਧਨ ਜੋਬਨ ਕਾ ਗਰਭ ਨਾ ਕੀਜੈ, ਕਾਗਦ ਜਿਉ ਗਲ ਜਾਹੇਗਾ। ਸੁਨ ਮੇਰੀ ਮਨਸਾ ਮਨੈ ਮਾਹਿ, ਸਤ ਦੇਖ ਵਿਚਾਰ। ਹੇ ਭਾਈ, ਜੇ ਤੇਰੇ ਅੰਦਰ ਆਪਣਾ ਪਾਰ ਉਤਾਰਾ ਕਰਾਉਣ ਦੀ ਮਨਸਾ ਇੱਛਾ ਹੈ ਤਾਂ ਆਪਣੇ ਮਨੈ ਹਿਰਦੇ ਵਿੱਚ ਸਾਡੀ ਸਿੱਖਿਆ ਸੁਣਨਾ ਕਰ। ਜੇ ਸਮਾਂ ਹੋਵੇ ਤਾਂ ਵਿਚਾਰ ਨਿਰਣਾ ਕਰਕੇ ਦੇਖ ਲੈ। ਅਸੀਂ ਸਤ ਕਹੀਏ ਸੱਚਾ ਬਚਨ ਕਿਹਾ ਹੈ, ਅਥਵਾ ਹੈ ਮੇਰੀ ਮਨਸਾ ਬੁੱਧੀ ਸੁਣ ਅਤੇ ਮਨ ਵਿੱਚ ਸਤ ਅਸਤ ਦਾ ਨਿਰਣਾ ਕਰਕੇ ਦੇਖ। ਕੀ ਝੂਠ ਹੈ ਕੀ ਸੱਚ ਹੈ, ਇਹ ਨਿਰਣਾ ਕਰਿਆ ਕਰ। ਸਿੱਧ ਸਾਧਕ ਗਿਰਹੀ ਜੋਗੀ ਤਜ ਗਏ ਘਰ ਬਾਰ ਰਹਾਉ। ਹਾਂ, ਸਿੱਧੀ ਵਾਲੇ ਸਾਧਕ ਸਾਧਨਾ ਕਰਨ ਵਾਲੇ ਗਿਰਹੀ ਗ੍ਰਸਤੀ ਅਤੇ ਜੋਗੀ ਜੋਗ ਮਤ ਧਾਰਨ ਵਾਲੇ ਇਤਿਆਦ ਸਭ ਅੰਤ ਵੇਲੇ ਆਪਣੇ ਘਰ ਤੇ ਬਾਹਰ ਦੁਆਰੇ ਛੱਡ ਕੇ ਪਰਲੋਕ ਨੂੰ ਚਲੇ ਗਏ। ਵਾ ਘਰ ਭਾਵ ਸਰੀਰ ਤੇ ਬਾਹਰ ਭਾਵ ਇੰਦਰੇ ਇੱਥੇ ਹੀ ਛੱਡ ਕੇ ਚਲੇ ਗਏ ਹਨ। ਰਹਾਉ ਵਿਸਰਾਮ ਦੇ ਕੇ ਪਾਤਸ਼ਾਹ ਕਿਰਪਾ ਕਰ ਰਹੇ ਆ। ਜੈਸਾ ਸੁਪਨਾ ਰੈਣ ਕਾ ਤੈਸਾ ਸੰਸਾਰ। ਜਿਹੋ ਜਿਹਾ ਰਾਤ ਦਾ ਸੁਪਨਾ ਹੁੰਦਾ ਹੈ ਉਹੋ ਜਿਹਾ ਹੀ ਇਹ ਸੰਸਾਰ ਜਗਤ ਹੈ। ਦ੍ਰਿਸ਼ਟਮਾਨ ਸਭ ਬਿਨਸੀਐ, ਕਿਆ ਲੱਗੈ ਗਵਾਰ। ਹੇ ਗਵਾਰ ਮੂਰਖ ਜੀਵ, ਇਹ ਦ੍ਰਿਸ਼ਟਮਾਨ ਦਿਸਣ ਵਾਲਾ ਸਾਰਾ ਸੰਸਾਰ ਹੀ ਨਾਸ਼ ਹੋ ਜਾਣ ਵਾਲਾ, ਤੂੰ ਕੀ ਇਸ ਦੇ ਮੋਹ ਵਿੱਚ ਲੱਗਾ ਹੋਇਆ। ਕਹਾ ਸੋ ਭਾਈ ਮੀਤ ਹੈ, ਦੇਖ ਨੈਣ ਪਸਾਰ। ਹੇ ਮੂਰਖ ਜੀਵ, ਤੂੰ ਆਪਣੇ ਨੇਤਰ ਖੋਲ ਕੇ ਅੱਖਾਂ ਅੱਡ ਕੇ ਵੇਖਣਾ ਕਰ। ਤੇਰੇ ਉਹ ਭਾਈ ਭਰਾ ਤੇ ਮੀਤ ਮਿੱਤਰ ਆਦਿ ਕਿਤੇ ਹਨ। ਇੱਕ ਚਾਲੇ ਇੱਕ ਚਾਲ ਸਹਿ, ਸਭ ਆਪਣੀ ਵਾਰ। ਪਾਤਸ਼ਾਹ ਫਰਮਾਉਂਦੇ ਉਹਨਾਂ ਸਾਰਿਆਂ ਵਿੱਚੋਂ ਆਪੋ ਆਪਣੀ ਵਾਰੀ ਅਨੁਸਾਰ ਇੱਕ ਤਾਂ ਮੌਤ ਦੇ ਮੂੰਹ ਵਿੱਚ ਚਲੇ ਗਏ ਆ, ਇੱਕ ਚਾਲ ਸਹਿ ਚਲੇ ਜਾਣਗੇ, ਇੱਕ ਚੱਲਣ ਲਈ ਤਿਆਰ ਬੈਠੇ ਹਨ। ਜਿਨ ਪੂਰਾ ਸਤਿਗੁਰ ਸੇਵਿਆ, ਸੇ ਅਸਥਿਰ ਹਰਿ ਦੁਆਰ। ਹਾਂ, ਜਿਨ੍ਹਾਂ ਨੇ ਪੂਰਨ ਸਤਿਗੁਰੂ ਸਾਹਿਬ ਜੀ ਨੂੰ ਪੂਜਣਾ ਕੀਤਾ ਹੈ ਉਹ ਹਰ ਪਰਮੇਸ਼ਰ ਦੇ ਸੱਚਖੰਡ ਗਿਆਨ ਰੂਪੀ ਦਰਵਾਜ਼ੇ ਵਿੱਚ ਅਸਥਿਰ ਕਹੀਏ ਸਥਿਤ ਹੋ ਕੇ ਰਹਿੰਦੇ। ਜਨ ਨਾਨਕ ਹਰਿ ਕਾ ਦਾਸ ਹੈ, ਰਾਖ ਪੈਜ ਮੁਰਾਰ।
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੈਂ ਜਨ ਤਾਂ ਪਰਮੇਸ਼ਰ ਦਾ ਦਾਸ ਸੇਵਕ ਹਾਂ ਅਤੇ ਇਹੋ ਬੇਨਤੀ ਕਰਦਾ ਹਾਂ ਕਿ ਹੇ ਮੁਰਾਰ ਮੁਰਾਰੀ ਪ੍ਰਭੂ ਮੇਰੀ ਪੈਜ ਇੱਜ਼ਤ ਪ੍ਰਤੱਗਿਆ ਰੱਖਣਾ ਕਰ। ਬਿਲਾਵਲ ਮਹੱਲਾ ਪੰਜਵਾ। ਲੋਕਨ ਕੀਆ ਵਡਿਆਈਆ ਬੈ ਸੰਤਰ ਪਾਗੋ। ਲੋਕਾਂ ਦੀਆਂ ਵਡਿਆਈਆਂ ਨੂੰ ਨਾਮ ਬ੍ਰਹਮ ਅਭਿਆਸ ਰੂਪੀ ਬੈਸੰਤਰ ਹੁੰਦਾ ਅੱਗ ਦੇ ਨਾਲ ਅੱਗ ਵਿੱਚ ਪਾ ਕੇ ਸਾੜ ਦਿਓ। ਵੀ ਲੋਕੀ ਕੀ ਕਹਿਣਗੇ ਜੇ ਮੈਂ ਗਾਤਰਾ ਪਾ ਲਿਆ। ਕਈ ਤਾਂ ਉੱਪਰ ਦੀ ਨਹੀਂ ਪਾਉਂਦੇ, ਸ੍ਰੀ ਸਾਹਿਬ ਲੁਕੋ ਕੇ ਰੱਖਦੇ ਆ ਕਿ ਮੈਂ ਗੁਰੂ ਵਾਲਾ ਨਹੀਂ। ਪਾਤਸ਼ਾਹ ਦਾ ਪਾਵਨ ਵਾਕ ਹੈ, ਜਿਨ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ, ਤਿਨਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਤਿਆਰੀ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੁਰੂ, ਵੈਸੇ ਤਾਂ ਉੱਥੇ ਅਰਥ ਹੋਰ ਨੇ ਪਰ ਇਹ ਵੀ ਅਰਥ ਬਾਣੀ ਦੇ ਲੱਗਦੇ ਆ ਕਿ ਆਪਣੇ ਗੁਰੂ ਨੂੰ ਛੁਪਾ ਲੈਣਾ, ਗੁਰੂ ਵਾਲੇ ਬਣ ਕੇ ਮੈਂ ਗੁਰੂ ਵਾਲਾ ਨਹੀਂ। ਸ੍ਰੀ ਸਾਹਿਬ ਲੁਕੋ ਕੇ ਰੱਖਣੀ, ਦਾੜੀ ਬੰਨ੍ਹ ਕੇ ਰੱਖਣੀ। ਸੋ ਦਾੜਾ ਸਾਨੂੰ ਪ੍ਰਕਾਸ਼ ਕਰਨਾ ਚਾਹੀਦਾ। ਸ੍ਰੀ ਸਾਹਿਬ ਉੱਪਰ ਦੀ ਦਰਸ਼ਨੀ ਸਿੰਘ ਬਣ ਕੇ ਰਹਿਣਾ ਚਾਹੀਦਾ। ਸਤਿਗੁਰੂ ਉਤਨੇ ਜ਼ਿਆਦਾ ਪ੍ਰਸੰਨ ਹੁੰਦੇ ਆ। ਜਿਉ ਮਿਲੈ ਪਿਆਰਾ ਆਪਣਾ ਤੇ ਬੋਲ ਕਰਾਗੋ। ਜਿਵੇਂ ਆਪ ਦਾ ਪਿਆਰਾ ਪਰਮੇਸ਼ਰ ਮਿਲਦਾ ਹੈ, ਉਹ ਗੁਰ ਉਪਦੇਸ਼ ਰੂਪੀ ਬਚਨਾਂ ਨੂੰ ਕਰਾਗੋ ਕਮਾਉਣਾ ਕਰੋ। ਜੋ ਪ੍ਰਭ ਜੀ ਦਇਆਲ ਹੋਏ ਤਉ ਭਗਤੀ ਲਾਗੋ। ਜਦੋਂ ਪ੍ਰਭੂ ਪਰਮੇਸ਼ਰ ਜੀ ਦਿਆਲੂ ਹੋਣ ਤਦੋਂ ਹੀ ਭਾਉ ਭਗਤੀ ਵਿੱਚ ਲੱਗਿਆ ਜਾ ਸਕਦਾ। ਲਪਟ ਰਹਿਓ ਮਨ ਬਾਸਨਾ ਗੁਰ ਮਿਲ ਇਹ ਤਿਆਗੋ ਰਹਾਉ। ਜੋ ਮਨ ਬਾਸਨਾ ਵਾਸ਼ਨਾਵਾਂ ਦੇ ਵਿੱਚ ਲੰਪਟ ਹੋ ਰਿਹਾ, ਗੁਰਾਂ ਨਾਲ ਮਿਲਾਪ ਕਰਕੇ ਵਾਸ਼ਨਾਵਾਂ ਤਿਆਗਣਾ ਕਰੋ, ਛੱਡਣਾ ਕਰੋ, ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਅੱਗੇ ਕਹਿੰਦੇ ਆ, ਕਰੋ ਬੇਨਤੀ ਅਤ ਘਨੀ ਇਹ ਜੀ ਹੋ ਮਾਗੋ। ਹਾਂ, ਗੁਰਾਂ ਅੱਗੇ ਅਤ ਘਨੀ ਹੁੰਦਾ, ਬਹੁਤ ਜ਼ਿਆਦਾ ਭਾਵ ਵਾਰ-ਵਾਰ ਬੇਨਤੀ ਅਰਜ਼ੋਈਆਂ ਕਰੀ ਜਾਵੋ ਅਤੇ ਆਪਣੇ ਇਹ ਜੀਓ ਹਿਰਦੇ ਨੂੰ ਬ੍ਰਹਮ ਅਭਿਆਸ ਰੂਪੀ ਅਗਨੀ ਵਿੱਚ ਹੋਮਾਗੋ ਹੁੰਦਾ ਹਵਨ ਕਰ ਦਿਓ, ਆਪਾ ਭਾਵ ਤਿਆਗ ਦਿਓ। ਅਰਥ ਆਨ ਸਭ ਵਾਰਿਆ ਪ੍ਰਿਯ ਨਿਮਖ ਸੁਹਾਗੋ। ਪ੍ਰਿਯ ਤੋਂ ਭਾਵ ਪਿਆਰੇ ਵਾਹਿਗੁਰੂ ਦੀ ਪ੍ਰਾਪਤੀ ਦੇ ਇੱਕ ਨਿਮਖ ਅੱਖ ਝਮਕਣ ਦੇ ਸਮੇਂ ਜਿਤਨੇ ਸੁਹਾਗੋ ਆਨੰਦ ਉੱਪਰੋਂ ਸਾਰੇ ਅਰਥ ਹੁੰਦਾ ਪਦਾਰਥਾਂ ਦਾ ਮੋਹ ਵਾ ਸ਼ਾਸਤਰਾਂ ਆਦਿ ਦੇ ਅਰਥਾਂ ਦੀ ਚਤਰਾਈ ਨੂੰ ਵਾਰਿਆ ਕੁਰਬਾਨ ਕਰ ਦਿਓ। ਪੰਚ ਸੰਗ ਗੁਰ ਤੇ ਛੁਟੇ ਦੋਖ ਅਰ ਰਾਗੋ। ਪੰਜ ਪੰਜਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰਾ ਵਾ ਪੰਜੇ ਸ਼ਬਦ ਸਪਰਸ਼ ਰੂਪ ਰਸ ਗੰਧ ਵਿਸ਼ਿਆਂ ਦਾ ਸੰਗ ਸਾਥ ਗੁਰਾਂ ਦੀ ਮਿਹਰ ਤੋਂ ਹੀ ਛੁੱਟ ਸਕਦਾ ਹੈ। ਦੋਖ ਦਵੈਖ ਅਰ ਅਤੇ ਰਾਗੋ ਮੋਹ ਆਦਿ ਪੰਜ ਕਲੇਸ਼ ਵੀ ਨਿਵਰਤ ਹੋ ਜਾਂਦੇ। ਹਿਰਦੈ ਪ੍ਰਗਾਸ ਪ੍ਰਗਟ ਭਇਆ ਨਿਸ ਬਾਸਰ ਜਾਗੋ। ਗੁਰਾਂ ਦੀ ਕਿਰਪਾ ਦੁਆਰਾ ਹੀ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਚਾਨਣਾ ਪ੍ਰਤੱਖ ਸਾਖਿਆਤ ਹੋਇਆ ਹੈ। ਇਸ ਲਈ ਨਿਸ ਰਾਤ ਬਾਸਰ ਦਿਨ ਗਿਆਨ ਅਵਸਥਾ ਵਿੱਚ ਜਾਗਣਾ ਕਰੋ। ਸਰਣ ਸੁਹਾਗਨ ਆਇਆ ਜਿਸ ਮਸਤਕ ਭਾਗੋ। ਉਹ ਹੀ ਮਹਾਤਮਾ ਰੂਪੀ ਸੁਹਾਗਵੰਤੀਆਂ ਦੀ ਸਰਣ ਓਟ ਵਿੱਚ ਆਇਆ ਜਿਸ ਦੇ ਮੱਥੇ ਉੱਪਰ ਸ੍ਰੇਸ਼ਟ ਭਾਗ ਹਨ। ਕਹੋ ਨਾਨਕ ਤਿਨ ਪਾਇਆ ਤਨ ਮਨ ਸੀਤ ਲਾਗੋ। ਸਤਿਗੁਰੂ ਸਾਹਿਬ ਜੀ ਕਥਨ ਕਰ ਰਹੇ ਹਨ ਕਿ ਜਿਸ ਦਾ ਤਨ ਸਰੀਰ ਵਿਕਾਰਾਂ ਵੱਲੋਂ ਤੇ ਮਨ ਹਿਰਦਾ ਵਾਸ਼ਨਾਵਾਂ ਵੱਲੋਂ ਸੀਤ ਲਾਗੋ, ਸੀਤਲ ਠੰਡਾ ਹੋ ਗਿਆ, ਉਸਨੇ ਹੀ ਪਰਮੇਸ਼ਰ ਦੇ ਆਨੰਦ ਨੂੰ ਪਾਉਣਾ ਕੀਤਾ ਹੈ। ਬਿਲਾਵਲ ਮਹੱਲਾ ਪੰਜਵਾ। ਗੁਰਸਿੱਖਾਂ ਨੇ ਸਤਿਗੁਰਾਂ ਪਾਸ ਬੇਨਤੀ ਕੀਤੀ ਇੱਕ ਦਿਨ ਕਿ ਮਹਾਰਾਜ ਪਰਮੇਸ਼ਰ ਦਾ ਪ੍ਰੇਮ ਰੰਗ ਕਿਸ ਨੂੰ ਲੱਗਾ ਹੈ। ਤਦ ਉੱਤਰ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਜੀ ਉਚਾਰਨ ਕਰਦੇ ਆ, ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡ ਭਾਗਾ। ਹੇ ਭਾਈ, ਲਾਲ ਪ੍ਰੇਮ ਦਾ ਰੰਗ ਵਾ ਪਿਆਰੇ ਅਕਾਲ ਪੁਰਖ ਦਾ ਭਗਤੀ ਰੂਪੀ ਮਜੀਠੀ ਪੱਕਾ ਰੰਗ ਉਸੇ ਪੁਰਖ ਨੂੰ ਜਨ ਨੂੰ ਲੱਗਿਆ ਜਿਸ ਦੇ ਵੱਡੇ ਉੱਤਮ ਭਾਗ ਆ ਵਾ ਜਿਸ ਦੇ ਅੰਦਰੋਂ ਵੱਡ ਭਾਗਾ ਹੰਕਾਰ ਰੂਪੀ ਵੱਡ ਵੱਡਾਪਣ ਭਾਗਾ ਦੌੜ ਗਿਆ ਹੈ। ਮੈਲਾ ਕਦੇ ਨਾ ਹੋ ਗਈ ਨਹਿ ਲਾਗੈ ਦਾਗਾ। ਇਹ ਪ੍ਰੇਮ ਰੂਪੀ ਰੰਗ ਵਿਕਾਰਾਂ ਰੂਪੀ ਗਰਦ ਕਰਕੇ ਮਲੀਨ ਵੀ ਕਦੇ ਨਹੀਂ ਹੁੰਦਾ
ਅਤੇ ਕਾਮਾਂ ਦਿਕਾਂ ਦਾ ਕਲੰਕ ਰੂਪੀ ਦਾਗ ਵੀ ਨਹੀਂ ਲੱਗ ਸਕਦਾ। ਭਾਵ ਗਿਆਨਵਾਨ ਨੂੰ ਕੋਈ ਦੋਸ਼ ਆਦਿ ਨਹੀਂ ਲੱਗਦਾ। ਪ੍ਰਭ ਪਾਇਆ ਸੁਖ ਦਾਈਆ, ਮਿਲਿਆ ਸੁਖ ਭਾਏ। ਜਿਸ ਨੇ ਸੁਖ ਦਾਈਆ, ਸੁਖ ਦੇਣ ਵਾਲਾ ਪ੍ਰਭ ਪਰਮੇਸ਼ਰ ਪ੍ਰਾਪਤ ਕਰ ਲਿਆ ਹੈ, ਉਸ ਨੂੰ ਸੁਖ ਸਰੂਪ ਦੀ ਪ੍ਰਾਪਤੀ ਦਾ ਪ੍ਰਕਾਸ਼ ਪ੍ਰਾਪਤ ਹੋਇਆ ਹੈ। ਵਾ ਜਿਨ੍ਹਾਂ ਸੁਖਦਾਈ ਮਹਾਤਮਾ ਨੇ ਪ੍ਰਭੂ ਨੂੰ ਪਾਇਆ ਹੈ, ਤਿਨਾਂ ਦੁਆਰਾ ਸੁਖ ਸਰੂਪ ਮਿਲਿਆ ਹੈ। ਸਹਿਜ ਸਮਾਨਾ ਭੀਤਰੇ, ਛੋੜਿਆ ਨਹਿ ਜਾਏ ਰਹਾਉ। ਉਸ ਦੇ ਹਿਰਦੇ ਭੀਤਰੇ ਵਿੱਚ ਸਹਿਜ ਗਿਆਨ ਸਰੂਪ ਪ੍ਰਭੂ ਸਮਾਇਆ ਹੋਇਆ, ਵਾ ਉਸ ਦਾ ਮਨ ਸਹਿਜ ਸਰੂਪ ਵਿੱਚ ਸਮਾਇਆ ਹੋਇਆ, ਜੋ ਸਰੂਪ ਤਿਆਗਿਆ ਨਹੀਂ ਜਾਂਦਾ ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਆ। ਜਰਾ ਮਰਾ ਨਹਿ ਵਿਆਪਈ, ਫਿਰ ਦੁੱਖ ਨਾ ਪਾਇਆ। ਉਸ ਨੂੰ ਜਰਾ ਬੁਢੇਪੇ ਅਤੇ ਮਰਾ ਮੌਤ ਦਾ ਦੁੱਖ ਨਹੀਂ ਵਿਆਪਦਾ ਲੱਗਦਾ। ਵਾ ਪਰਮਾਰਥ ਵੱਲੋਂ ਜੜਤਾ ਬਿਰਤੀ ਹੋਣ ਰੂਪ ਬੁਢੇਪਾ, ਨਾਮ ਸਿਮਰਨ ਵੱਲੋਂ ਮੌਤ ਨਹੀਂ ਵਿਆਪਦੀ, ਅਤੇ ਜੰਮਣ ਮਰਨ ਦਾ ਦੁੱਖ ਵੀ ਨਹੀਂ ਪਾਉਣਾ ਕੀਤਾ। ਪੀ ਅੰਮ੍ਰਿਤ ਆਗਾਨਿਆ, ਗੁਰ ਅਮਰ ਕਰਾਇਆ। ਉਹ ਅੰਮ੍ਰਿਤ ਨਾਮ ਰਸ ਨੂੰ ਪੀ ਕਰਕੇ ਤ੍ਰਿਪਤ ਹੋ ਗਿਆ ਹੈ। ਗੁਰੂ ਸਾਹਿਬ ਜੀ ਨੇ ਉਸ ਨੂੰ ਅਮਰ ਮ੍ਰਿਤੂ ਤੋਂ ਰਹਿਤ ਕਰ ਦਿੱਤਾ ਹੈ। ਸੋ ਜਾਣੈ ਜਿਨ ਚਾਖਿਆ, ਹਰ ਨਾਮ ਅਮੋਲਾ। ਹਰੀ ਪਰਮੇਸ਼ਰ ਦੇ ਅਮੋਲਾ ਮੋਲਕ ਨਾਮ ਦੇ ਰਸ ਨੂੰ ਉਹ ਜਾਣ ਸਕਦਾ ਜਿਸ ਨੇ ਨਾਮ ਰਸ ਚਖਣਾ ਕੀਤਾ ਹੈ। ਕੀਮਤ ਕਹੀ ਨਾ ਜਾਈਐ, ਕਿਆ ਕਹਿ ਮੁਖ ਬੋਲਾ। ਪਾਤਸ਼ਾਹ ਫਰਮਾਉਂਦੇ ਆ ਕਿ ਪਰਮੇਸ਼ਰ ਦੇ ਨਾਮ ਦੀ ਕੀਮਤ ਕਹੀ ਨਹੀਂ ਜਾ ਸਕਦੀ। ਫਿਰ ਆਪਣੇ ਮੂੰਹੋਂ ਕੀ ਕਹਿ ਕੇ ਬੋਲਣਾ ਕਰੀਏ। ਭਾਵ ਉਹ ਅਕਹਿ ਆਨੰਦ ਕਥਨ ਨਹੀਂ ਕੀਤਾ ਜਾ ਸਕਦਾ। ਸਫਲ ਦਰਸ ਤੇਰਾ ਪਾਰ ਬ੍ਰਹਮ, ਗੁਣ ਨਿਧ ਤੇਰੀ ਬਾਣੀ। ਇਉਂ ਬੇਨਤੀ ਕਰੀਏ ਕਿ ਹੇ ਪਾਰ ਬ੍ਰਹਮ, ਪਾਪਾਂ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਪਰਮੇਸ਼ਰ, ਤੇਰਾ ਦੀਦਾਰ ਦਰਸ਼ਨ ਸਹਿਤ ਗਿਆਨ ਫਲਦੇ ਹੈ, ਅਤੇ ਤੇਰੀ ਸਤ ਨਾਮ ਰੂਪੀ ਬਾਣੀ ਗੁਣਾਂ ਦਾ ਨਿਧ ਖਜ਼ਾਨਾ ਸਮੁੰਦਰ ਰੂਪ ਹੈ। ਪਾਵੋ ਧੂਰ ਤੇਰੇ ਦਾਸ ਕੀ, ਨਾਨਕ ਕੁਰਬਾਣੀ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਮੈਂ ਤੇਰੇ ਦਾਸ ਸੇਵਕਾਂ ਦੀ ਚਰਨ ਧੂੜੀ ਪਾਉਣਾ ਕਰਾਂ, ਅਤੇ ਉਹਨਾਂ ਸੇਵਕਾਂ ਵਾ ਤੇਰੇ ਉੱਪਰੋਂ ਸਦਾ ਸਦਾ ਕੁਰਬਾਨੀ ਬਲਹਾਰ ਜਾਵਾਂ। ਬਿਲਾਵਲ ਮਹੱਲਾ ਪੰਜਵਾ। ਰਾਖੋ ਆਪਣੀ ਸਰਣ ਪ੍ਰਭ, ਮੋਹ ਕਿਰਪਾ ਧਾਰੇ। ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਹੇ ਪ੍ਰਭ ਪਿਆਰੇ ਪਰਮੇਸ਼ਰ, ਮੇਰੇ ਉੱਪਰ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨ ਕਰਕੇ ਮੈਨੂੰ ਆਪ ਦੀ ਸਰਣ ਓਟ ਵਿੱਚ ਰੱਖਣਾ ਕਰੋ। ਸੇਵਾ ਕਛੂ ਨਾ ਜਾਣੂ, ਨੀਚ ਮੂਰਖਾਰੇ। ਸੋ ਪਾਠਾਂ ਦਾ ਖਿਆਲ ਰੱਖਣਾ ਹੈ। ਸੇਵਾ ਕਛੂ ਨਾ ਜਾਣੂ, ਊੜੇ ਨੂੰ ਦੁਲੈਂਕੜ ਆਏ ਹਨ, ਜਾਨੂ ਨਹੀਂ ਕਹਿ ਦੇਣਾ। ਅੱਗੇ ਜਾ ਕੇ ਫਿਰ ਨੀਚ ਮੂਰਖਾਰੇ, ਮੰਮੇ ਨੂੰ ਵੀ ਦੁਲੈਂਕੜ ਆਏ ਆ, ਮੂਰਖਾਰੇ ਕਹਿਣਾ, ਮੁਰਖਾਰੇ ਨਹੀਂ ਕਹਿ ਜਾਣਾ। ਕਹਿੰਦੇ ਮੈਂ ਨੀਚ ਨੀਵੇਂ ਜੀਵਨ ਵਾਲਾ, ਵਾ ਦੇਹ ਅਭਿਮਾਨ ਦੀ ਨੀਚਤਾ ਵਾਲਾ, ਅਤੇ ਸ਼ਾਸਤਰ ਗਿਆਨ ਤੋਂ ਰਹਿਤ ਵਾ ਗੁਰੂ ਦੀ ਹੁਕਮ ਅਦੂਲੀ ਕਰਕੇ ਮੂਰਖ ਤੇਰੀ ਭਾਉ ਭਗਤੀ ਰੂਪੀ ਕਛੂ ਹੁੰਦਾ ਕੁਝ ਵੀ ਸੇਵਾ ਟਹਿਲ ਨਾ ਜਾਣੂ ਨਹੀਂ ਜਾਣਦਾ। ਮਾਨ ਕਰੋ ਤੁਧ ਊਪਰੇ, ਮੇਰੇ ਪ੍ਰੀਤਮ ਪਿਆਰੇ। ਸੋ ਇੱਥੇ ਵੀ ਮਾਨ ਕਰੋ ਤੁਧ ਊਪਰੇ ਆ, ਉੱਪਰੇ ਨਹੀਂ ਪੜ੍ਹਨਾ। ਹੇ ਮੇਰੇ ਮਨ ਦੇ ਪਿਆਰੇ ਤੇ ਤਨ ਦੇ ਪ੍ਰੀਤਮ, ਵਾ ਮਾਤਾ ਦੇ ਗਰਭ ਵਿੱਚ ਰੱਖਿਆ ਕਰਨ ਵਾਲੇ ਪਰਮ ਪ੍ਰੇਮ ਦੇ ਅਸਪਦ ਰੂਪ ਪ੍ਰੀਤਮ, ਅਤੇ ਇਸ ਲੋਕ ਵਿੱਚ ਰੱਖਿਆ ਕਰਨ ਵਾਲੇ ਪਿਆਰੇ ਪ੍ਰਭੂ ਜੀ, ਵਾਹਿਗੁਰੂ ਜੀ ਤੇਰੇ ਊਪਰੇ ਉੱਪਰ ਮਾਣ ਫਕਰ ਕਰੋ ਕਰਦਾ। ਹਮ ਅਪਰਾਧੀ ਸਦ ਭੂਲ ਤੇ, ਤੁਮ ਬਖਸ਼ਨ ਹਾਰੇ ਰਹਾਉ। ਹੇ ਪ੍ਰਭੂ, ਹਮ ਅਸੀਂ ਜੀਵ ਅਪਰਾਧੀ ਗੁਨਾਹੀ ਹਾਂ, ਵਾ ਅਪਰਾਧੀ ਆਪ ਹੋਰਨਾਂ ਦੇਵੀ ਦੇਵਤਿਆਂ ਨੂੰ ਆਰਾਧਨ ਵਾਲੇ ਆ। ਹਮੇਸ਼ਾ ਤੇਰੇ ਸਰੂਪ ਦੇ ਗਿਆਨ ਤੋਂ ਭੂਲ ਤੇ ਭੁੱਲੇ ਫਿਰਦੇ ਹਾਂ। ਤੁਸੀਂ ਹੀ ਸਾਨੂੰ ਭੁੱਲਿਆ ਹੋਇਆਂ ਨੂੰ ਬਖਸ਼ਣ ਹਾਰੇ, ਬਖਸ਼ ਲੈਣ ਵਾਲੇ ਹੋ ਰਹਾਓ। ਵਿਸਰਾਮ ਦੇ ਕੇ ਪਾਤਸ਼ਾਹ ਕਿਰਪਾ ਕਰ ਰਹੇ ਆ। ਹਮ ਅਵਗਨ ਕਰਹਿ ਅਸੰਖ ਨੀਤ, ਤੁਮ ਨਿਰਗੁਣ ਦਾਤਾਰੇ। ਅਸੀਂ ਨੀਤ ਨਿਤਾ ਪ੍ਰਤੀ ਹੀ ਅਣਗਿਣਤ ਹੀ ਅਵਗਨ ਗੁਨਾਹ ਕਰਦੇ ਰਹਿੰਦੇ।
ਤੁਸੀਂ ਨਿਰਗੁਣ ਗੁਣਹੀਣਾਂ ਨੂੰ ਬੇਅੰਤ ਦਾਤਾਰੇ ਦਾਤਾਂ ਦੇਣਾ ਕਰਦੇ ਹੋ। ਦਾਸੀ ਸੰਗਤ ਪ੍ਰਭੂ ਤਿਆਗ ਇਹ ਕਰਮ ਹਮਾਰੇ। ਹੇ ਪ੍ਰਭੂ ਪਰਮੇਸ਼ਰ, ਤੇਰੀ ਦਾਸੀ ਟਹਿਲਣ ਮਾਇਆ ਦੀ ਸੰਗਤ ਕਰਕੇ ਤੈਨੂੰ ਤਿਆਗ ਭੁਲਾ ਛੱਡਿਆ ਹੈ। ਇਸ ਪ੍ਰਕਾਰ ਦੇ ਸਾਡੇ ਨੀਚ ਕਰਮ ਹਨ। ਚੇਰੀ ਕੀ ਸੇਵਾ ਕਰੈ ਠਾਕੁਰ ਨਹੀਂ ਦੀਸੈ। ਸਾਡਾ ਸੁਭਾਅ ਬਣ ਗਿਆ, ਜਿਹੜੀ ਮਾਇਆ ਦਾਸੀ ਹੈ ਉਸ ਪਰਮੇਸ਼ਰ ਦੀ ਲక్ష్ਮੀ ਹੈ, ਉਹਦੀ ਸੇਵਾ ਕਰਦੇ ਹਾਂ। ਠਾਕੁਰ ਦਿਸਦਾ ਹੀ ਨਹੀਂ ਸਾਨੂੰ, ਅਸੀਂ ਅੰਨੇ ਹੋ ਗਏ, ਲਾਲਚੀ ਹੋ ਗਏ। ਤੁਮ ਦੇਵੋ ਸਭ ਕਿਛ ਦਇਆ ਧਾਰ, ਹਮ ਅਕਿਰਤ ਕਨਾਰੇ। ਹੇ ਪ੍ਰਭੂ ਜੀ, ਤੁਸੀਂ ਤਾਂ ਆਪਣੀ ਦਇਆ ਮਿਹਰ ਦੀ ਦ੍ਰਿਸ਼ਟੀ ਧਾਰਨ ਕਰਕੇ ਧਨ ਪਦਾਰਥ, ਕੁਸ਼ਲ ਹੁੰਦਾ ਸੁੱਖ ਖੇਮ ਆਦਿ ਸਾਰਾ ਕੁਝ ਹੀ ਦੇ ਰਹੇ ਹੋ ਅਤੇ ਦੇ ਹੀ ਜਾ ਰਹੇ ਹੋ। ਪਰ ਅਸੀਂ ਅਕਿਰਤ ਕਿਨਾਰੇ ਕੀਤੇ ਹੋਏ ਉਪਕਾਰ ਨੂੰ ਭੁਲਾਉਣ ਵਾਲੇ ਹਾਂ, ਭਾਵ ਦਿੱਤੀ ਹੋਈ ਦਾਤ ਦਾ ਸ਼ੁਕਰ ਨਹੀਂ ਮਨਾਉਂਦੇ, ਸਗੋਂ ਇਹ ਕਹਿੰਦੇ ਹਾਂ ਪਰਮੇਸ਼ਰ ਨੇ ਸਾਨੂੰ ਦਿੱਤਾ ਹੀ ਕੀ ਹੈ। ਲਾਗ ਪਰੇ ਤੇਰੇ ਦਾਨ ਸਿਓ, ਨਹਿ ਚਿਤ ਖਸਮਾਰੇ। ਹੇ ਮਹਾਰਾਜ, ਅਸੀਂ ਤੇਰੇ ਦਿੱਤੇ ਹੋਏ ਪਦਾਰਥ ਦੇ ਨਾਲ ਹੀ ਲੱਗੇ ਪਏ ਹਾਂ। ਹੇ ਖਸਮਾਰੇ ਮਾਲਕ ਪ੍ਰਭੂ, ਤੂੰ ਸਾਡੇ ਚਿੱਤ ਮਨ ਵਿੱਚ ਯਾਦ ਨਹੀਂ ਹੈ। ਤੁਝ ਤੇ ਬਾਹਰ ਕਿਛ ਨਹੀਂ, ਭਾਵ ਕਾਟਨ ਹਾਰੇ। ਹੇ ਭਾਵ ਜੰਮਣ ਮਰਨ ਦਾ ਗੇੜ ਕੱਟਣ ਵਾਲੇ ਪ੍ਰਭੂ ਵਾਹਿਗੁਰੂ, ਤੁਹਾਡੇ ਤੋਂ ਬਾਹਰ ਬਗੈਰ ਵੱਖਰਾ ਕੁਝ ਵੀ ਨਹੀਂ ਹੈ। ਕਹੋ ਨਾਨਕ ਸਰਣ ਦਇਆਲ ਗੁਰ, ਲੇਹ ਮੁਗਧ ਉਧਾਰੇ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਹੇ ਗੁਰ ਪੂਜਨੀਕ ਦਇਆਲ ਦਇਆ ਦੇ ਆਲ ਘਰ ਪ੍ਰਭੂ, ਅਸੀਂ ਤੁਹਾਡੀ ਸਰਣ ਓਟ ਵਿੱਚ ਪਏ ਹਾਂ। ਤੁਸੀਂ ਸਾਨੂੰ ਪਰਮਾਰਥੀ ਸੂਝ ਤੋਂ ਰਹਿਤ ਮੁਗਧ ਮੂਰਖਾਂ ਨੂੰ ਉਧਾਰ ਬਚਾ ਲੈਣਾ ਕਰੋ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।